ਸ਼੍ਰੀ ਵਾਹਿਗੁਰੂ ਸਾਹਿਬ ਜੀ। ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ। ਅਮੁੱਲ ਆਵਹਿ ਅਮੁੱਲ ਲੈ ਜਾਹੇ, ਅਮੁੱਲ ਭਾਏ ਅਮੁੱਲਾ ਸਮਾਹੇ। ਅਮੁੱਲ ਧਰਮ ਅਮੁੱਲ ਦੀਬਾਨ, ਅਮੁੱਲ ਤੁਲ ਅਮੁੱਲ ਪਰਵਾਨ। ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫੁਰਮਾਨ। ਅਮੁੱਲੋ ਅਮੁੱਲ ਆਖਿਆ ਨ ਜਾਏ, ਆਖ ਆਖ ਰਹੇ ਲਿਵ ਲਾਏ। ਆਖਹਿ ਵੇਦ ਪਾਠ ਪੁਰਾਣ, ਆਖਹਿ ਪੜ੍ਹੇ ਕਰਹਿ ਵਖਿਆਣ। ਆਖਹਿ ਬਰਮੈ ਆਖਹਿ ਇੰਦ, ਆਖਹਿ ਗੋਪੀ ਤੈ ਗੋਵਿੰਦ। ਆਖਹਿ ਈਸ਼ਰ ਆਖਹਿ ਸਿੱਧ, ਆਖਹਿ ਕੀਤੇ ਕੀਤੇ ਬੁੱਧ। ਆਖਹਿ ਦਾਨਵ ਆਖਹਿ ਦੇਵ, ਆਖਹਿ ਸੁਰ ਨਰ ਮੁਨ ਜਨ ਸੇਵ। ਕੀਤੇ ਆਖਹਿ ਆਖਣ ਪਾਹੇ, ਕੀਤੇ ਕਹਿ ਕਹਿ ਉਠ ਉਠ ਜਾਹੇ। ਏਤੇ ਕੀਤੇ ਹੋਰ ਕਰੇ, ਤਯ ਆਖ ਨ ਸਕਹਿ ਕੇਈ ਕੇ। ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ। ਜੇ ਕੋ ਆਖੈ ਬੋਲ ਵਿਗਾੜ, ਤਾਂ ਲਿਖੀਐ ਸਿਰ ਗਵਾਰਾਂ ਗਵਾਰ। ਜੇ ਕੋ ਆਖੈ ਬੋਲ ਵਿਗਾੜ, ਤਾਂ ਲਿਖੀਐ ਸਿਰ ਗਵਾਰਾਂ ਗਵਾਰ। ਪਰਮ ਸਤਿਕਾਰਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਧੰਤਾ ਦੇ ਪਾਤਰ ਹਾਂ। ਸਾਹਿਬਾਂ ਦੀ ਪਾਵਨ ਹਜ਼ੂਰੀ ਅੰਦਰ ਜੁੜ ਕਰਕੇ ਆਪਣੀ ਜ਼ਿੰਦਗੀ ਦੀਆਂ ਮੌਲਕ ਘੜੀਆਂ ਨੂੰ ਸਫਲ ਕਰ ਰਹੇ ਹਾਂ। ਪਾਵਨ ਜਪਜੀ ਸਾਹਿਬ ਦੀ ਪੌੜੀ ਨੰਬਰ 26 ਜੀ ਦੀ ਆਪਾਂ ਵਿਚਾਰ ਆਰੰਭ ਕਰ ਰਹੇ ਹਾਂ। ਸਹਿ ਫਰਮਾਨ ਕਰਦੇ ਨੇ, ਉਹ ਪਰਮਾਤਮਾ ਕਿੰਨਾ ਕੁ ਮਹਾਨ ਹੈ। ਉਸ ਪਰਮਾਤਮਾ ਦੀ ਕਿੰਨੀ ਵੱਡੀ ਮਹਾਨਤਾ ਹੈ, ਔਰ ਜਿਹੜੇ ਉਸ ਪਰਮਾਤਮਾ ਨੂੰ ਮੰਨਣ ਵਾਲੇ ਨੇ ਉਹ ਕਿੰਨੇ ਮਹਾਨ ਨੇ। ਪਾਵਨ ਪੌੜੀ ਦੇ ਅੰਦਰ ਇਹ ਦਰਸਾਇਆ ਗਿਆ ਹੈ, ਜਿਹਦੇ ਵਿੱਚ ਗੁਰੂ ਸਾਹਿਬ ਨੇ ਗੱਲ ਆਰੰਭ ਕੀਤੀ। ਕਹਿਣ ਲੱਗੇ ਅਮੁੱਲ ਗੁਣ। ਅਮੁੱਲ ਦਾ ਮਤਲਬ ਹੁੰਦਾ ਹੈ ਜਿਹਦਾ ਮੁੱਲ ਨਾ ਪਿਆ ਜਾ ਸਕੇ, ਜਿਹਦੀ ਕੀਮਤ ਕੋਈ ਨਾ ਪਵੇ, ਜਿਹਨੂੰ ਕਦੀ ਖਰੀਦਿਆ ਨਾ ਜਾ ਸਕੇ। ਪਦਾਰਥਾਂ ਦੇ ਨਾਲ, ਮਾਇਆ ਦੇ ਨਾਲ, ਕਿਸੇ ਵੀ ਤਰੀਕੇ ਦੇ ਨਾਲ ਜਿਸ ਚੀਜ਼ ਦੀ ਕੀਮਤ ਨਾ ਪਵੇ ਉਹਨੂੰ ਅਮੁੱਲ ਕਿਹਾ ਜਾਂਦਾ। ਵੀ ਚੀਜ਼ ਅਮੁੱਲ ਹੈ, ਇਹ ਅਮੋਲਕ ਹੈ, ਇਹਦੀ ਕੋਈ ਕੀਮਤ ਨਹੀਂ, ਇਹਦਾ ਕੋਈ ਮੁੱਲ ਨਹੀਂ ਹੈ।
ਸਾਹਿਬ ਕਹਿਣ ਲੱਗੇ ਪਰਮਾਤਮਾ ਦੇ ਗੁਣ ਨੇ ਜਿਹੜੇ ਉਹ ਵੀ ਅਮੋਲਕ ਨੇ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਪਰਮਾਤਮਾ ਦੇ ਜਿਹੜੇ ਗੁਣ ਨੇ, ਪਰਮਾਤਮਾ ਦੇ ਗੁਣ ਵੀ ਅਮੋਲਕ ਨੇ। ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰ। ਤੇ ਪਰਮਾਤਮਾ ਦੇ ਗੁਣਾਂ ਨੂੰ ਵਿਹਾਜਣ ਵਾਲੇ, ਹੁਣ ਇੱਥੇ ਗੱਲ ਸਮਝਣ ਵਾਲੀ ਏ। ਵਪਾਰ ਉਸ ਗੱਲ ਦਾ ਹੁੰਦਾ ਜਿੱਥੇ ਕੁਛ ਲਿਆ ਜਾਵੇ ਤੇ ਕਿਸੇ ਕੁਛ ਦਿੱਤਾ ਜਾਵੇ। ਇਦਾਂ ਹੀ ਹੁੰਦਾ ਨਾ ਵਪਾਰ। ਵਪਾਰ ਦੀ ਦੁਨੀਆ ਇੱਦਾਂ ਚੱਲਦੀ ਹੈ ਨਾ, ਜਿੱਥੇ ਵੀ ਵਪਾਰ ਕੀਤਾ ਜਾਂਦਾ ਹੈ, ਕੁਛ ਲਿਆ ਜਾਂਦਾ ਹੈ, ਕੁਛ ਦਿੱਤਾ ਜਾਂਦਾ ਹੈ। ਜੇ ਕਿਸੇ ਨੂੰ ਕੋਈ ਅਸੀਂ ਵਸਤੂ ਦੇ ਰਹੇ ਹਾਂ, ਪਦਾਰਥ ਦੇ ਰਹੇ ਹਾਂ, ਉਹਦੇ ਬਦਲੇ ਅਸੀਂ ਮਾਇਆ ਲੈ ਰਹੇ ਹਾਂ, ਇਹਨੂੰ ਵਪਾਰ ਕਹਿੰਦੇ ਨੇ। ਪਰ ਜਿੱਥੇ ਧਰਮ ਦੀ ਦੁਨੀਆ ਆਉਂਦੀ ਹੈ, ਧਰਮ ਦੀ ਦੁਨੀਆ ਦੇ ਅੰਦਰ ਅਸੀਂ ਪਰਮਾਤਮਾ ਦੇ ਨਾਲ ਵਪਾਰ ਕਰ ਸਕਦੇ ਹੀ ਨਹੀਂ। ਵਪਾਰ ਕਿਉਂ ਨਹੀਂ ਕਰ ਸਕਦੇ? ਕਿਉਂਕਿ ਸਾਰਾ ਕੁਛ ਦਿੱਤਾ ਹੋਇਆ ਹੀ ਪਰਮਾਤਮਾ ਦਾ ਹੈ। ਸਾਰੀਆਂ ਵਸਤੂਆਂ ਪਰਮਾਤਮਾ ਦੀਆਂ ਨੇ, ਸਰੀਰ ਪਰਮਾਤਮਾ ਦਾ ਹੈ, ਸਾਰਾ ਕੁਛ ਬਣਾਇਆ ਹੋਇਆ ਪਰਮਾਤਮਾ ਦਾ ਹੈ। ਫਿਰ ਪਰਮਾਤਮਾ ਦੇ ਨਾਲ ਅਸੀਂ ਵਪਾਰ ਨਹੀਂ ਕਰ ਸਕਦੇ। ਵਪਾਰ ਦਾ ਮਤਲਬ ਹੁੰਦਾ ਹੈ ਉਸ ਪਰਮਾਤਮਾ ਦੇ ਨਾਮ ਨੂੰ ਵਿਹਾਜਣਾ। ਪਰਮਾਤਮਾ ਦੇ ਨਾਮ ਨੂੰ ਵਿਹਾਜਨ ਨੂੰ ਵਪਾਰ ਕਿਹਾ ਜਾਂਦਾ ਹੈ। ਇਹ ਵਪਾਰ ਕੋ ਵਿਰਲਾ ਵਪਾਰੇ, ਨਾਨਕ ਤਾਂ ਕਹਿ ਸਦ ਬਲਿਹਾਰੇ। ਕਿਨਹੀ ਬਣਜਿਆ ਕਾਂਸੀ ਤਾਬਾ, ਕਿਨਹੀ ਲੌਂਗ ਸੁਪਾਰੀ, ਸੰਤੋ ਬਣਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ। ਪਰਮਾਤਮਾ ਦੇ ਨਾਮ ਨੂੰ ਵਿਹਾਜਨ ਨੂੰ ਵੀ ਵਪਾਰ ਕਿਹਾ ਗਿਆ। ਪਰਮਾਤਮਾ ਦੇ ਨਾਮ ਨੂੰ ਜਪਣ ਨੂੰ ਹੀ ਵਣਜਾਰਾ ਕਿਹਾ ਗਿਆ। ਜਿਹਨੂੰ ਅਸੀਂ ਕਹਿੰਦੇ ਹਾਂ ਇਹ ਵਪਾਰ ਕਰ ਰਿਹਾ ਹੈ, ਇਹ ਵਣਜ ਰਿਹਾ ਹੈ। ਸਾਹਿਬ ਫਰਮਾਨ ਕਰਦੇ ਨੇ ਅਮੁੱਲ ਵਪਾਰ। ਅਮੁੱਲ ਵਪਾਰ ਦਾ ਮਤਲਬ ਹੁੰਦਾ ਜਿਹੜੇ ਤੇਰੇ ਪ੍ਰਣਾਮ ਦਾ ਵਪਾਰ ਕਰਦੇ ਨੇ ਉਹ ਵੀ ਅਮੋਲਕ ਨੇ। ਉਹਨਾਂ ਦਾ ਵੀ ਕਦੀ ਮੁੱਲ ਨਹੀਂ ਪਾਇਆ ਜਾ ਸਕਦਾ। ਅਮੁੱਲ ਵਪਾਰੀਏ। ਅਮੁੱਲ ਵਪਾਰੀਏ ਦਾ ਮਤਲਬ ਹੁੰਦਾ ਜਿਹੜੇ ਤੇਰੇ ਸੰਤ ਜਨ ਨੇ, ਜਿਹੜੇ ਤੇਰੇ ਭਗਤ ਜਨ ਨੇ, ਜਿਹੜੇ ਤੇਰੇ ਹੁਕਮ ਦੇ ਅੰਦਰ ਚੱਲਦੇ ਨੇ, ਉਹਨਾਂ ਦਾ ਵੀ ਕਦੀ ਮੁੱਲ ਨਹੀਂ ਪਾਇਆ ਜਾ ਸਕਦਾ। ਉਹਨਾਂ ਦਾ ਇੱਥੇ ਆਉਣ ਦਾ ਜਿਹੜਾ ਮਕਸਦ ਹੁੰਦਾ ਹੈ, ਵਪਾਰ ਕਰਨ ਦਾ ਮਕਸਦ ਹੁੰਦਾ ਹੈ ਦੁਨੀਆ ਦੇ ਲੋਕਾਂ ਨੂੰ ਸੁੱਖ ਦੇਣਾ, ਦੁਨੀਆ ਦੇ ਲੋਕਾਂ ਨੂੰ ਅੰਦਰ ਦਾ ਆਨੰਦ ਵੰਡਣਾ। ਅਮੁੱਲ ਵਪਾਰੀਏ। ਜਿਹੜੇ ਤੇਰੇ ਸੰਤ ਜਨ ਨੇ, ਭਗਤ ਜਨ ਨੇ, ਵਪਾਰ ਕਰਦੇ ਨੇ, ਸਾਹਿਬ ਕਹਿਣ ਲੱਗੇ ਉਹ ਵੀ ਅਮੁੱਲ ਨੇ, ਉਹਨਾਂ ਦਾ ਮੁੱਲ ਨਹੀਂ ਪਾਇਆ ਜਾ ਸਕਦਾ। ਇੱਕ ਡਾਕੂ ਵੀ ਸੰਸਾਰ ਤੇ ਆਉਂਦਾ ਹੈ, ਇੱਕ ਪਰਮਾਤਮਾ ਦਾ ਭਗਤ ਵੀ ਸੰਸਾਰ ਤੇ ਆਉਂਦਾ ਹੈ। ਡਾਕੂ ਦਾ ਮੇਨ ਮਕਸਦ ਹੁੰਦਾ ਹੈ ਖੋਹ ਖਸੋਟ ਕਰਨੀ, ਦੁਨੀਆ ਦੇ ਲੋਕਾਂ ਨੂੰ ਦੁਖੀ ਕਰਨਾ, ਮਾਰਨਾ, ਗਲ ਵੱਢਣਾ। ਤੇ ਜਿਹੜਾ ਭਗਤ ਜਣੇ ਉਹਦਾ ਜੀਵਨ ਦਾ ਮਕਸਦ ਹੁੰਦਾ ਹੈ ਹਰ ਇੱਕ ਦੇ ਮਨ ਨੂੰ ਸ਼ਾਂਤੀ ਵੰਡਣੀ, ਅੰਦਰ ਦਾ ਟਿਕਾ ਵੰਡਣਾ। ਤੇ ਜਿਹੜੇ ਵਪਾਰ ਕਰਦੇ ਨੇ, ਸਾਹਿਬ ਕਹਿਣ ਲੱਗੇ ਉਹਨਾਂ ਦੇ ਅੰਦਰ ਕੋਈ ਹੰਕਾਰ ਨਹੀਂ ਹੁੰਦਾ। ਕਬੀਰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਆਪਾ ਪਰਕਾ ਮਿਟ ਗਿਆ ਜਤ ਦੇਖਾਂ ਤਤ ਤੂੰ। ਸਾਹਿਬ ਫਰਮਾਨ ਕਰਦੇ ਨੇ ਅਮੁੱਲ ਵਪਾਰੀਏ। ਅਮੁੱਲ ਭੰਡਾਰ, ਤੇਰੇ ਗੁਣਾਂ ਦੇ ਭੰਡਾਰ ਵੀ ਅਮੁੱਲ ਨੇ, ਉਹਦੀ ਕੀਮਤ ਨਹੀਂ ਪੈ ਸਕਦੀ। ਤੇਰਾ ਕਿੰਨਾ ਭੰਡਾਰ ਹੈ ਗੁਣਾਂ ਦਾ, ਅੱਜ ਤੱਕ ਕੋਈ ਨਹੀਂ ਨਾਪ ਸਕਿਆ, ਨਾ ਕੋਈ ਤੋਲ ਸਕਿਆ, ਨਾ ਕੋਈ ਤੋਲ ਸਕੇਗਾ, ਨਾ ਕੋਈ ਨਾਪ ਸਕੇਗਾ। ਅਮੁੱਲ ਆਵਹਿ। ਉਹ ਵੀ ਅਮੁੱਲ ਨੇ ਜਿਹੜੇ ਇਸ ਸੰਸਾਰ ਤੇ ਆ ਰਹੇ ਨੇ, ਦੁਨੀਆ ਤੇ ਆ ਰਹੇ ਨੇ, ਜਿਹੜੇ ਆ ਕੇ ਸੰਸਾਰ ਨੂੰ ਤਾਰ ਰਹੇ ਨੇ। ਭਾਈ ਨੰਦ ਲਾਲ ਇੱਕ ਦਿਨ ਗੁਰੂ ਕਲਗੀਧਰ ਪਾਤਸ਼ਾਹ ਦੇ ਸਾਹਮਣੇ ਬੈਠੇ ਹੋਏ ਨੇ। ਪਾਤਸ਼ਾਹ, ਤੁਹਾਡਾ ਚੋਲਾ ਬੜਾ ਰੰਗੀਨ ਹੈ। ਚੋਲੇ ਦਾ ਮਤਲਬ ਸਰੀਰ ਰੂਪੀ ਚੋਲਾ ਤੁਹਾਡਾ ਬੜਾ ਰੰਗੀਨ ਹੈ। ਇਸ ਚੋਲੇ ਦੇ ਨਾਲ ਦੋ ਬਖਸ਼ਿਸ਼ਾਂ ਹੋ ਰਹੀਆਂ ਨੇ ਤੁਹਾਡੇ ਇਸ ਚੋਲੇ ਦੇ ਨਾਲ। ਪਹਿਲੀ ਬਖਸ਼ਿਸ਼ ਇਹ ਹੋ ਰਹੀ ਹੈ ਕਿ ਤੁਹਾਡੇ ਨਾਲ ਜਿਹੜਾ ਜੁੜ ਜਾਂਦਾ ਹੈ ਉਹ ਰੰਗੀਨ, ਉਹਦੀ ਜ਼ਿੰਦਗੀ ਰੰਗੀਨ ਹੋ ਜਾਂਦੀ ਹੈ। ਦੂਜਾ ਮਕਸਦ ਇਹ ਹੁੰਦਾ ਵੀ ਜਿਹੜਾ ਤੁਹਾਡੇ ਚੋਲੇ ਦੇ ਨਾਲ, ਤੁਹਾਡੇ ਚਰਨਾਂ ਦੇ ਨਾਲ ਜੁੜ ਗਿਆ, ਉਹਦਾ ਜਨਮ ਤੇ ਮਰਨ ਹੀ ਖਤਮ ਹੋ ਜਾਂਦਾ ਹੈ।
ਸਹਿਬ ਫਰਮਾਨ ਕਰਦੇ ਨੇ ਅਮੁੱਲ ਆਵਹਿ ਪਰਮਾਤਮਾ ਦੇ ਭਗਤ ਜਾ। ਇੱਥੇ ਸੰਸਾਰ ਤੇ ਆਉਣ ਦਾ ਕੁਛ ਪ੍ਰਯੋਜਨ ਹੈ, ਕੁਛ ਮਕਸਦ ਹੈ। ਜਦੋਂ ਸੰਸਾਰ ਤੇ ਆਏ ਨੇ ਕੁਛ ਦੇਣ ਵਾਸਤੇ ਆਏ ਨੇ, ਕੁਛ ਲੈਣ ਵਾਸਤੇ ਨਹੀਂ ਆਏ। ਸਹਿਬ ਫਰਮਾਨ ਕਰਦੇ ਨੇ ਅਮੁੱਲ ਆਵਹਿ ਅਮੁੱਲ ਲੈ ਜਾਹੇ। ਇੱਥੇ ਸੰਸਾਰ ਤੇ ਆਉਂਦੇ ਨੇ ਕੁਛ ਦੇਣ ਵਾਸਤੇ। ਸਹਿਬ ਫਰਮਾਨ ਕਰਦੇ ਨੇ ਜਨਮ ਮਰਨ ਦੋਹੂ ਮੈਂ ਨਾਹੀ ਜਨ ਪਰਉਪਕਾਰੀ ਆਏ। ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਣ ਮਿਲਾਏ। ਉਹਨਾਂ ਨੇ ਜ਼ਿੰਦਗੀ ਦੇ ਅੰਦਰ ਦਾਨ ਦਿੱਤਾ ਹੁੰਦਾ ਹੈ, ਉਹਨਾਂ ਨੇ ਪਰਮਾਤਮਾ ਦੇ ਗੁਣਾਂ ਨੂੰ ਵੰਡਿਆ ਹੁੰਦਾ ਹੈ। ਦੋ ਤਰ੍ਹਾਂ ਦੇ ਧਨ ਹੁੰਦੇ ਨੇ, ਇੱਕ ਪਰਮਾਤਮਾ ਦੇ ਨਾਮ ਦਾ ਧਨ ਹੈ, ਇੱਕ ਦੁਨਿਆਵੀ ਧਨ ਹੈ। ਦੁਨਿਆਵੀ ਧਨ ਨੂੰ ਜਿੰਨਾ ਹੀ ਬੰਦਾ ਵੰਡਦਾ ਹੈ ਉਹਨਾਂ ਉਹ ਖਤਮ ਹੁੰਦਾ ਹੈ। ਹੁਣ ਚਾਰ ਭਰਾਵਾਂ ਦੀ ਪ੍ਰਾਪਰਟੀ ਹੋਵੇ, ਇਕੱਠੀ ਹੋਵੇ, ਉਸ ਤੋਂ ਬਾਅਦ ਉਸ ਪ੍ਰਾਪਰਟੀ ਨੂੰ ਵੱਖਰਾ ਵੱਖਰਾ ਚਾਰ ਥਾਂ ਤੇ ਵੰਡਿਆ ਜਾਵੇ। ਹੁਣ ਉਹ ਜਿਹੜਾ ਧਨ ਹੈ, ਉਹ ਪ੍ਰਾਪਰਟੀ ਜਿਹੜੀ ਹੈ ਉਹ ਘਟ ਜਾਂਦੀ ਹੈ, ਵੱਧਦੀ ਨਹੀਂ ਹੈ, ਘਟਦੀ ਹੈ। ਪ੍ਰਾਪਰਟੀ ਘਟਦੀ ਹੈ। ਦੁਨਿਆਵੀ ਧਨ ਵੰਡੋਗੇ ਘਟੇਗਾ, ਕੁਦਰਤੀ ਗੱਲ ਹੈ। ਪਰਮਾਤਮਾ ਦੇ ਨਾਮ ਦਾ ਐਸਾ ਧਨ ਹੈ, ਜਿੰਨਾ ਬੰਦਾ ਵੰਡਦਾ ਹੈ ਓਨਾ ਹੋਰ ਵੱਧਦਾ ਹੈ, ਜਿੰਨਾ ਵੰਡਦਾ ਹੈ ਓਨਾ ਹੋਰ ਵੱਧਦਾ ਹੈ, ਜਿੰਨਾ ਵੰਡਦਾ ਹੈ ਓਨਾ ਹੋਰ ਵੱਧਦਾ ਹੈ। ਜਿੰਨਾ ਬੰਦਾ ਵੰਡ ਰਿਹਾ ਹੈ ਓਨਾ ਹੋਰ ਗੁਣਾਂ ਦੀ ਖਾਣ ਹੋਈ ਜਾ ਰਿਹਾ ਹੈ। ਪਰਮਾਤਮਾ ਦਾ ਨਾਮ ਰੂਪੀ ਧਨ ਇਹ ਕਦੀ ਘਟਦਾ ਨਹੀਂ। ਇਸੇ ਕਰਕੇ ਸਹਿਬ ਫਰਮਾਨ ਕਰਦੇ ਨੇ ਅਮੁੱਲ ਆਵਹਿ। ਕਈ ਪਰਮਾਤਮਾ ਦੇ ਨਾਮ ਨੂੰ ਵਿਹਾਜਨ ਵਾਸਤੇ ਆਉਂਦੇ ਨੇ। ਖਾਵੇਂ ਖਰਚੇ ਰਲ ਮਿਲ ਭਾਈ ਟੋਟ ਨ ਆਵੇ ਵੱਧ ਦੋ ਜਾਈ। ਇਹ ਕਦੀ ਨਾਮ ਦਾ ਧਨ ਮੁੱਕਦਾ ਨਹੀਂ। ਇਸੇ ਕਰਕੇ ਬਹੁਤੇ ਸੰਤ ਜਨ ਜਿਹੜੇ ਸਨ ਉਹ ਜੰਗਲਾਂ ਦੇ ਅੰਦਰ ਭਗਤੀ ਕਰਨ ਗਏ। ਅੰਦਰ ਦਾ ਸਕੂਨ ਮਿਲਿਆ, ਅੰਦਰ ਦਾ ਸੰਤੋਖ ਮਿਲਿਆ। ਉਸ ਜਗ੍ਹਾ ਤੇ ਆਏ ਜਿੱਥੇ ਬਹੁਤ ਜ਼ਿਆਦਾ ਭੀੜ ਇਕੱਤਰ ਹੋਈ ਹੈ। ਉੱਥੇ ਕਿਉਂ ਆਏ? ਕਿਉਂਕਿ ਜਿਹੜਾ ਅੰਦਰ ਗੁਣ ਉਹਨਾਂ ਨੂੰ ਨਸੀਬ ਹੋਇਆ, ਜਿਹੜਾ ਅੰਦਰ ਸ਼ਾਂਤੀ ਮਿਲੀ, ਉਹ ਸ਼ਾਂਤੀ ਹੁਣ ਉਹ ਪੂਰੇ ਸੰਸਾਰ ਵਿੱਚ ਦੁਨੀਆ ਦੇ ਲੋਕਾਂ ਵਿੱਚ ਵੰਡਣਾ ਚਾਹੁੰਦੇ ਨੇ। ਸਹਿ ਫਰਮਾਨ ਕਰਦੇ ਨੇ ਅਮੁੱਲ ਆਵਹਿ ਅਮੁੱਲ ਲੈ ਜਾਹੇ। ਉਹ ਵੀ ਅਮੋਲਕ ਨੇ ਜਿਹੜੇ ਸੰਸਾਰ ਤੋਂ ਪਰਮਾਤਮਾ ਦੇ ਨਾਮ ਵਿਹਾਜ ਕੇ ਚਲੇ ਗਏ ਨੇ, ਦੁਨੀਆ ਦੇ ਲੋਕਾਂ ਨੂੰ ਚੰਗੀ ਸਿੱਧ ਦੇ ਕੇ ਗਏ ਨੇ। ਅੱਜ ਵੀ ਅਸੀਂ ਯਾਦ ਕਰਦੇ ਹਾਂ ਉਹਨਾਂ ਨੂੰ ਜਿਨ੍ਹਾਂ ਨੇ ਸੰਸਾਰ ਨੂੰ ਚੰਗੀ ਸੇਧ ਦਿੱਤੀ ਹੈ। ਤੇ ਜਦੋਂ ਕਿਤੇ ਵਿਚਾਰ ਖਤਾ ਹੁੰਦੀ ਹੈ ਉਹਨਾਂ ਦੀ ਇੰਜਾਮਪਲ ਦਿੱਤੀ ਜਾਂਦੀ ਹੈ, ਉਹਨਾਂ ਦੀ ਉਦਾਹਰਨ ਦਿੱਤੀ ਜਾਂਦੀ ਹੈ ਕਿ ਸਾਡੇ ਧਰਮ ਦੇ ਅੰਦਰ ਭਾਈ ਕਨ੍ਹਈਆ ਜੀ ਹੋਏ ਨੇ ਜਿਨ੍ਹਾਂ ਨੇ ਦੁਸ਼ਮਣਾਂ ਨੂੰ ਪਾਣੀ ਪਿਆ। ਕਹਿੰਦੇ ਆ ਨਾ ਆਪਾਂ, ਸਾਡੇ ਧਰਮ ਦੇ ਅੰਦਰ ਬਾਬਾ ਬੰਦਾ ਸਿੰਘ ਬਹਾਦਰ ਹੋਏ ਨੇ ਜਿਨ੍ਹਾਂ ਨੇ ਸਿੱਖ ਰਾਜ ਨੂੰ ਕਾਇਮ ਕੀਤਾ। ਕਹਿੰਦੇ ਆ ਨਾ ਆਪਾਂ, ਸਾਡੇ ਧਰਮ ਦੇ ਅੰਦਰ ਭਾਈ ਤਾਰੂ ਸਿੰਘ ਜੀ ਹੋਏ ਨੇ ਜਿਹੜੇ ਸਮੇਂ ਦੀ ਹਕੂਮਤ, ਸਮੇਂ ਦੇ ਜਲਾਦ ਨੂੰ ਆਪਣੀ ਜੁੱਤੀ ਦੇ ਅੱਗੇ ਨਾਲ ਲੈ ਕੇ ਗਏ ਨੇ। ਇੰਜਾਮਪਲ ਦੇਣੇ ਆ ਨਾ। ਤੇ ਸਹਿਬ ਫਰਮਾਨ ਕਰਦੇ ਨੇ ਅਮੁੱਲ ਲੈ ਜਾਹੇ। ਉਹ ਵੀ ਅਮੋਲਕ ਨੇ ਜਿਹੜੇ ਸੰਸਾਰ ਤੋਂ ਵਿਹਾਜ ਕੇ ਗਏ ਨੇ, ਸੰਸਾਰ ਨੂੰ ਕੁਛ ਦੇ ਕੇ ਗਏ ਨੇ। ਅਮੁੱਲ ਭਾਏ, ਭਾਏ ਦਾ ਮਤਲਬ ਹੁੰਦਾ ਪਿਆਰ, ਪ੍ਰੇਮ। ਜਿਹੜੇ ਪਰਮਾਤਮਾ ਦੇ ਪਿਆਰ ਵਿੱਚ ਰੰਗੇ ਗਏ ਨੇ ਉਹ ਵੀ ਅਮੋਲਕ ਨੇ, ਉਹਨਾਂ ਦੀ ਕੋਈ ਕੀਮਤ ਨਹੀਂ ਪੈ ਸਕਦੀ। ਅਮੁੱਲਾ ਸਮਾਹੇ, ਉਹ ਵੀ ਅਮੋਲਕ ਨੇ ਜਿਹੜੇ ਪਰਮਾਤਮਾ ਦੇ ਨਾਮ ਵਿੱਚ ਜੁੜ ਗਏ ਨੇ ਤੇ ਪਰਮਾਤਮਾ ਦੇ ਅੰਦਰ ਸਮਾ ਗਏ ਨੇ। ਨਾਨਕ ਲੀਨ ਭਿਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ। ਗੁਰਬਾਣੀ ਦੇ ਅੰਦਰ ਕਿਤੇ ਇਹ ਗੱਲ ਨਹੀਂ ਲਿਖੀ ਹੋਈ ਵੀ ਤੁਹਾਨੂੰ ਮਰਨ ਤੋਂ ਬਾਅਦ ਮੁਕਤੀ ਮਿਲੇਗੀ। ਇਹ ਗੱਲ ਯਾਦ ਰੱਖਿਆ ਜੀ। ਮਰਨ ਤੋਂ ਬਾਅਦ ਜਿਹੜਾ ਅਸੀਂ ਪ੍ਰਯੋਜਨ ਕਰਦੇ ਹਾਂ ਉਹ ਸਾਡੇ ਆਪਣੇ ਮਨ ਨੂੰ ਇੱਕ ਸ਼ਾਂਤੀ ਵਾਲੀ ਗੱਲ ਹੁੰਦੀ ਵੀ ਸਾਨੂੰ ਸ਼ਾਂਤੀ ਮਿਲ ਗਈ। ਭਾਈ ਸਾਹਿਬ ਨੇ ਕਥਾ ਵਿਚਾਰ ਕੀਤੀ, ਅਰਦਾਸ ਕੀਤੀ, ਚਰਨਾਂ ਅੰਦਰ ਨਿਵਾਸ ਬਖਸ਼ੋ। ਬੰਦੇ ਨੇ ਮੁਕਤ ਹੋਣਾ, ਜਿਉਂਦੇ ਜੀ ਮੁਕਤ ਹੋਣਾ। ਜਿਹੜਾ ਬੰਦਾ ਜਿਉਂਦੇ ਜੀ ਮੁਕਤ ਨਹੀਂ ਹੋਇਆ, ਮਰਨ ਤੋਂ ਬਾਅਦ ਉਹ ਕਦੀ ਮੁਕਤ ਨਹੀਂ ਹੋ ਸਕਦਾ। ਇਹੀ ਗੱਲ ਭਗਤਾਂ ਨੇ ਕਈ ਗੁਰਬਾਣੀ ਦੇ ਅੰਦਰ, ਮੂਏ ਹੋਏ ਕੋ ਮੁਕਤ ਦਿਓਗੇ ਮੁਕਤ ਨਾ ਜਾਣੇ ਕੋਇਲਾ। ਮਰਨ ਤੋਂ ਬਾਅਦ ਮੇਰੇ ਮਾਲਕ ਜੀ ਤੁਸੀਂ ਸਾਨੂੰ ਮੁਕਤੀ ਦੇ ਰਹੇ ਹੋ, ਇਹ ਮੁਕਤੀ ਕਿੰਨੇ ਵੇਖੀ ਹੈ? ਸਾਨੂੰ ਮੁਕਤ ਕਰਨਾ ਹੈ, ਜਿਉਂਦੇ ਜੀ ਮੁਕਤ ਕਰੋ ਸਾਨੂੰ। ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਫਰਮਾ ਰਹੇ ਨੇ ਅਮੁੱਲ ਧਰਮ।
ਧਰਮ ਦਾ ਮਤਲਬ ਹੁੰਦਾ ਹੈ ਮਰਿਆਦਾ, ਧਰਮ ਦਾ ਮਤਲਬ ਹੁੰਦਾ ਹੈ ਨਿਯਮ। ਪਰਮਾਤਮਾ ਦੇ ਨਿਯਮ, ਪਰਮਾਤਮਾ ਦੀ ਮਰਿਆਦਾ ਹੈ। ਜਿਨੇ ਸੂਰਜ, ਚੰਦਰਮਾ, ਗ੍ਰਹਿ, ਨਛੱਤਰ ਜਿੰਨੇ ਨੇ, ਇਹ ਸਾਰੇ ਉਹਦੇ ਮਰਿਆਦਾ ਵਿੱਚ ਚੱਲ ਰਹੇ ਨੇ। ਸਾਡੇ ਜਿੰਨੇ ਸਰੀਰ ਦੇ ਅੰਗ ਨੇ, ਭਾਵੇਂ ਸਾਡੀ ਨਾਕੇ, ਭਾਵੇਂ ਕੰਨ ਨੇ, ਭਾਵੇਂ ਆਖੇ, ਹੱਥ ਨੇ, ਇਹਨਾਂ ਦਾ ਕੋਈ ਨਾ ਕੋਈ ਪ੍ਰਯੋਜਨ ਹੈ। ਇਸੇ ਕਰਕੇ ਮਾਲਕ ਨੇ ਸਾਨੂੰ ਦਿੱਤੇ ਹੋਏ ਨੇ। ਇਹ ਸਾਰੇ ਪਰਮਾਤਮਾ ਦੇ ਨਿਯਮ ਦੇ ਅੰਦਰ ਚੱਲਦੇ ਨੇ। ਅਮੁੱਲ ਦੀਵਾਨ, ਪਰਮਾਤਮਾ ਦਾ ਰਾਜ ਦਰਬਾਰ ਵੀ ਜਿੱਥੇ ਬਹਿ ਕੇ ਪਰਮਾਤਮਾ ਵਿਚਾਰ ਕਰਦਾ ਹੈ। ਇਸ ਤੋਂ ਅਗਲੀ ਪੌੜੀ ਨਾ, ਸੋ ਦਰ ਤੇਰਾ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਮਾਲਕ ਜੀ ਉਹ ਕਿਹੜਾ ਘਰ ਹੈ ਤੇ ਕਿਹੜਾ ਦਰ ਹੈ ਜਿੱਥੇ ਬਹਿ ਕੇ ਤੁਸੀਂ ਜੀਵਨ ਦੀ ਸੰਭਾਲ ਕਰਦੇ ਹੋ। ਆਪਾਂ ਇਹਦੀ ਵੀ ਵਿਚਾਰ ਕਰਾਂਗੇ। ਅਗਲੀ ਪੌੜੀ ਸਹਿਬ ਫਰਮਾਨ ਕਰਦੇ ਨੇ, ਤੁਹਾਡਾ ਰਾਜ ਦਰਬਾਰ ਜਿਹੜਾ ਉਹ ਵੀ ਅਮੋਲਕ ਹੈ, ਉਹਦਾ ਵੀ ਕੋਈ ਮੁੱਲ ਨਹੀਂ ਪੈ ਸਕਦਾ। ਅਮੁੱਲ ਧਰਮ, ਅਮੁੱਲ ਦੀਵਾਨ, ਅਮੁੱਲ ਤੁਲ। ਤੁਲ ਦਾ ਮਤਲਬ ਹੁੰਦਾ ਤੱਕੜੀ। ਪਰਮਾਤਮਾ ਦੇ ਨਿਯਮ ਰੂਪੀ ਤੱਕੜੀ ਦੇ ਵਿੱਚ ਜੀਵਾਂ ਦੇ ਕਰਮ ਤੋਲੇ ਜਾਂਦੇ ਨੇ। ਪਤ ਪਰਵਾਨਾ ਪਿੱਛੇ ਪਾਈਏ ਤਾਂ ਨਾਨਕ ਤੋਲਿਆ ਜਾਪੇ। ਦੁਨੀਆ ਦੀਆਂ ਨਜ਼ਰਾਂ ਦੇ ਅੰਦਰ ਤੂੰ ਕਹਿ ਰਿਹਾ ਮੈਂ ਸੱਚਾ ਵਾਂ, ਪਤਾ ਉਦੋਂ ਲੱਗਣਾ ਹੈ ਜਦੋਂ ਪਰਮਾਤਮਾ ਦੀ ਤੱਕੜੀ ਦੇ ਅੰਦਰ ਤੋਲਿਆ ਗਿਆ। ਤੇਰੇ ਅੰਦਰ ਝੂਠ ਕਿੰਨਾ ਹੈ, ਤੇਰੇ ਅੰਦਰ ਸੱਚ ਕਿੰਨਾ ਹੈ, ਇਹ ਮਾਲਕ ਦੀ ਹੁਕਮ ਦੀ ਤੱਕੜੀ ਦੇ ਅੰਦਰ ਜਦੋਂ ਤੋਲਿਆ ਗਿਆ ਉਦੋਂ ਪਤਾ ਲੱਗਣਾ ਤੇਰਾ, ਤੇਰੇ ਅੰਦਰ ਸੱਚ ਕਿੰਨਾ ਹੈ, ਤੇਰੇ ਅੰਦਰ ਝੂਠ ਕਿੰਨਾ ਹੈ। ਸਹਿ ਫਰਮਾਨ ਕਰਦੇ ਨੇ, ਅਮੁੱਲ ਤੁਲ, ਅਮੁੱਲ ਪ੍ਰਵਾਨ। ਪ੍ਰਵਾਨ ਦਾ ਮਤਲਬ ਹੁੰਦਾ ਹੈ ਵੱਟੇ। ਉਹ ਵੱਟੇ ਵੀ ਅਮੋਲਕ ਨੇ, ਪਰਮਾਤਮਾ ਦੇ ਹੁਕਮ ਰੂਪੀ ਵੱਟੇ ਵੀ ਅਮੋਲਕ ਨੇ। ਉਹ ਤਕੜੀ ਵੀ ਅਮੋਲਕ ਹੈ, ਜਿਸ ਤਕੜੀ, ਜਿਸ ਵੱਟੇ ਦੇ ਨਾਲ ਜੀਵਾਂ ਦੇ ਕਰਮਾਂ ਨੂੰ ਤੋਲਿਆ ਜਾ ਰਿਹਾ ਹੈ। ਅਮੁੱਲ ਤੁਲ, ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ਼। ਪਰਮਾਤਮਾ ਦੀ ਬਖਸ਼ਿਸ਼ ਵੀ ਅਮੋਲਕ ਹੈ। ਜੋ ਪਰਮਾਤਮਾ ਨੇ ਤੇਰੇ ਤੇ ਬਖਸ਼ਿਸ਼ ਕੀਤੀ ਹੋਈ ਹੈ ਉਹ ਬਖਸ਼ਿਸ਼ ਵੀ ਅਮੋਲਕ ਹੈ। ਅਮੁੱਲ ਨਿਸ਼ਾਨ, ਤੇ ਪਰਮਾਤਮਾ ਦੀਆਂ ਨਿਸ਼ਾਨੀਆਂ ਵੀ ਅਮੋਲਕ ਨੇ। ਬੰਦੇ ਦਾ ਕਿਤੇ ਹੱਥ ਖਰਾਬ ਹੋ ਜਾਵੇ, ਬਾਜ਼ਾਰ ਦੇ ਵਿੱਚੋਂ ਬੰਦਾ ਹੱਥ ਲੈਣ ਵਾਸਤੇ ਜਾਵੇ ਕਿ ਸਾਨੂੰ ਆਹ ਜਿਹੜਾ ਹੱਥ ਲੱਗਿਆ ਹੋਇਆ ਇਹ ਹੱਥ ਕਦੀ ਬਾਜ਼ਾਰ ਵਿੱਚ ਮਿਲ ਜਾਏਗਾ? ਸਾਨੂੰ ਨਹੀਂ ਮਿਲ ਸਕਦਾ। ਜੇ ਲੱਕੜ ਦਾ ਹੱਥ ਤੈਨੂੰ ਮਿਲ ਵੀ ਜਾਏਗਾ, ਇਸ ਹੱਥ ਦੀ ਬਰਾਬਰੀ ਨਹੀਂ ਕਰ ਸਕਦਾ। ਤੇਰੀ ਲੱਤ ਕੱਟੀ ਜਾਵੇ, ਲੱਤ ਤੇਰੀ ਖਰਾਬ ਹੋਵੇ, ਬਾਜ਼ਾਰ ਦੇ ਵਿੱਚੋਂ ਤੈਨੂੰ ਆਹ ਲੱਤ ਨਹੀਂ ਮਿਲ ਸਕਦੀ। ਜੇ ਲੱਕੜ ਦੀ ਮਿਲ ਵੀ ਜਾਏਗੀ, ਇਸ ਲੱਤ ਦੀ ਬਰਾਬਰੀ ਨਹੀਂ ਕਰ ਸਕਦੀ ਉਹ। ਪਰਮਾਤਮਾ ਦੀਆਂ ਦਿੱਤੀਆਂ ਹੋਈਆਂ ਨਿਸ਼ਾਨੀਆਂ ਵੀ ਅਮੋਲਕ ਨੇ, ਇਹਨਾਂ ਦਾ ਕੋਈ ਮੁੱਲ ਨਹੀਂ ਪੈ ਸਕਦਾ। ਹੁਣ ਬੰਦੇ ਦਾ ਹੱਥ ਕੱਟਿਆ ਜਾਵੇ, ਬੰਦਾ ਕਹੇ ਮੈਨੂੰ ਬਿਲਕੁਲ ਇਸ ਤਰ੍ਹਾਂ ਦਾ ਹੱਥ ਚਾਹੀਦਾ ਹੈ, ਸਾਹਿਬ ਕਹਿਣ ਲੱਗੇ ਉਹਦੀਆਂ ਨਿਸ਼ਾਨੀਆਂ ਅਮੋਲਕ ਨੇ, ਇਹ ਤੈਨੂੰ ਹੱਥ ਦੁਬਾਰਾ ਕਦੇ ਨਹੀਂ ਮਿਲ ਸਕਦਾ। ਜੋ ਪਰਮਾਤਮਾ ਨੇ ਤੈਨੂੰ ਦਿੱਤਾ ਹੋਇਆ, ਬੰਦੇ ਦਾ ਸਰੀਰ ਅਮੋਲਕ ਹੈ, ਇਹਦਾ ਕਦੇ ਮੁੱਲ ਨਹੀਂ ਪੈ ਸਕਦਾ। ਕਈ ਵਾਰ ਬੰਦਾ ਸਰੀਰ ਤੰਦਰੁਸਤ ਹੁੰਦਾ, ਬੰਦਾ ਕਹਿੰਦਾ ਮੈਂ ਬੜਾ ਗਰੀਬ ਹਾਂ। ਇਹਦਾ ਮਤਲਬ ਉਹਨੂੰ ਆਪਣੇ ਆਪ ਦਾ ਗਿਆਨ ਹੀ ਹੈ ਨਹੀਂ ਕਿ ਮੇਰੇ ਕੋਲ ਕਿੰਨਾ ਧਨ ਦਾ ਮੈਂ ਮਾਲਕ ਹਾਂ। ਅਮੋਲਕ ਸਰੀਰ ਹੈ ਮੇਰਾ, ਬੰਦਾ ਕਹਿੰਦਾ ਮੈਂ ਗਰੀਬ ਹਾਂ। ਧਨ ਕਰਕੇ ਨਾ ਕੋਈ ਗਰੀਬ ਹੁੰਦਾ, ਧਨ ਕਰਕੇ ਨਾ ਕੋਈ ਅਮੀਰ ਹੁੰਦਾ। ਜਿਸ ਬੰਦੇ ਦੇ ਵਿਚਾਰ ਸੋਹਣੇ ਹੋਣ, ਸੋਚ ਚੰਗੀ ਹੋਵੇ, ਉਸ ਬੰਦੇ ਜਿੰਨਾ ਧਨਵਾਨ ਬੰਦਾ ਹੀ ਕੋਈ ਨਹੀਂ ਹੈ। ਤੇ ਜਿਸ ਬੰਦੇ ਦੇ ਸੋਚ ਠੀਕ ਨਹੀਂ ਹੈ, ਵਿਚਾਰ ਠੀਕ ਨਹੀਂ ਹੈ, ਕਈ ਐਸੇ ਧਨਵਾਨ ਨੇ ਜਿਨ੍ਹਾਂ ਦੇ ਕੋਲ ਮਾਇਆ ਦੇ ਅੰਬਾਰ ਲੱਗੇ ਹੋਏ ਨੇ, ਜਿਹੜੇ 2 ਨੰਬਰ ਦਾ ਕੰਮ ਕਰਦੇ ਨੇ, ਨਸ਼ੇ ਦੇ ਵਪਾਰੀ ਨੇ, ਤਸਕਰ ਦੇ ਵਪਾਰੀ ਨੇ, ਜਿਨ੍ਹਾਂ ਨੇ ਕਦੀ ਆਪਣੀ ਜ਼ਬਾਨ ਤੋਂ ਪਰਮਾਤਮਾ ਦਾ ਨਾਮ ਕਦੀ ਜਿੰਨਾ ਵਾਹਿਗੁਰੂ ਨੇ ਕਿਹਾ ਹੋਣਾ, ਬੇਅੰਤ ਮਾਇਆ ਉਹਨਾਂ ਦੇ ਕੋਲ। ਪਰ ਕੀ ਕਵਾਂਗੇ, ਬੜੀ ਬਖਸ਼ਿਸ਼ ਹੈ ਪਰਮਾਤਮਾ ਦੀ, ਐਸਾ ਕੁਛ ਨਹੀਂ ਹੈ, ਮਾਫ ਕਰ ਦਿਆ ਜੇ। ਕਈ ਐਸੇ ਲੋਕ ਨੇ ਜਿਹੜੇ ਵਪਾਰੀ ਨੇ, ਤਸਕਰ ਨੇ, ਨਸ਼ੇ ਦਾ ਵਪਾਰ ਕਰਦੇ ਨੇ, ਸ਼ਰਾਬ ਦੇ ਠੇਕੇ ਨੇ ਜਿਨ੍ਹਾਂ ਦੇ ਕੋਲ, ਉਹਨਾਂ ਨੇ ਧਾਰਮਿਕ ਸਥਾਨਾਂ ਤੇ ਸੋਨਾ ਚੜਾਇਆ ਹੋਇਆ ਕਿਲੋਆਂ ਦੇ ਹਿਸਾਬ ਨਾਲ। ਕੀ ਕਵਾਂਗੇ, ਬੜੀ ਕਿਰਪਾ ਗੁਰੂ ਪਾਤਸ਼ਾਹ ਦੀ? ਨਹੀਂ, ਐਸਾ ਕੁਛ ਨਹੀਂ ਹੈ। ਸਹਿ ਫਰਮਾਨ ਕਰਦੇ ਨੇ, ਜੇ ਤੇਰੇ ਕੋਲ ਵਿਚਾਰ ਸੋਹਣੇ ਨੇ, ਤੇਰੀ ਸੋਚ ਚੰਗੀ, ਤੇਰਾ ਜੀਵਨ ਸੋਹਣਾ ਹੈ, ਤੇਰੇ ਤੋਂ ਵੱਡਾ ਇਮਾਨਦਾਰ, ਤੇਰੇ ਤੋਂ ਵੱਡਾ ਅਮੀਰ ਬੰਦਾ ਹੀ ਦੁਨੀਆ ਤੇ ਕੋਈ ਨਹੀਂ। ਗੁਰੂ ਪਾਤਸ਼ਾਹ ਸਮਝਾ ਰਹੇ ਨੇ, ਅਮੁੱਲ ਬਖਸ਼ੀਸ਼, ਅਮੁੱਲ ਨਿਸ਼ਾਨ।
ਅਮੁੱਲ ਕਰਮ ਅਮੁੱਲ ਫੁਰਮਾਨ। ਕਰਮ ਦਾ ਮਤਲਬ ਹੀ ਬਖਸ਼ਿਸ਼ ਹੁੰਦੀ ਹੈ। ਪਰਮਾਤਮਾ ਦੀ ਬਖਸ਼ਿਸ਼ ਵੀ ਅਮੋਲਕ ਹੈ। ਅਮੁੱਲ ਫੁਰਮਾਨ ਤੇ ਪਰਮਾਤਮਾ ਜੋ ਹੁਕਮ ਕਰਦਾ ਹੈ ਉਹ ਵੀ ਅਮੋਲਕ ਹੈ। ਅਮੁੱਲੋ ਅਮੁੱਲ ਆਖਿਆ ਨਾ ਜਾਏ। ਹੁਣ ਪਰਮਾਤਮਾ ਹੈ ਹੀ ਅਮੋਲਕ। ਅਮੋਲਕ ਨੂੰ ਜੇ ਬਾਰ-ਬਾਰ ਅਮੋਲਕ ਇਹ ਸਾਹਿਬ ਕਹਿਣ ਲੱਗੇ, ਇਹ ਵੀ ਕੋਈ ਬਹੁਤ ਵੱਡੀ ਗੱਲ ਨਹੀਂ ਹੈ। ਉਹਨੂੰ ਅਮੋਲਕ ਵੀ ਨਹੀਂ ਕਿਹਾ ਜਾ ਸਕਦਾ, ਇੰਨਾ ਅਮੋਲਕ ਹੈ। ਅਮੋਲਕ ਨੂੰ ਸਹੀ ਢੰਗ ਦੇ ਨਾਲ ਤੂੰ ਅਮੋਲਕ ਵੀ ਨਹੀਂ ਕਹਿ ਸਕਦਾ। ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖਿਆ ਕਰਹਿ ਲਿਵ ਲਾਏ। ਤੇ ਕਈਆਂ ਨੇ ਪਰਮਾਤਮਾ ਨੂੰ ਅਮੋਲਕ ਅਮੋਲਕ ਕਹਿੰਦੇ ਹੋਇਆਂ ਧਿਆਨ ਜੋੜਿਆ, ਪਰ ਹੋਇਆ ਕੀ, ਕਈਆਂ ਨੇ ਕਿਹਾ ਪਰਮਾਤਮਾ ਬੜਾ ਅਮੋਲਕ ਹੈ, ਗੁਣਾਂ ਦਾ ਮਾਲਕ ਹੈ। ਗੁਣ ਗਾਉਂਦਿਆਂ ਗਾਉਂਦਿਆਂ ਉਹਦੀ ਵਿਚਾਰ ਕਰਦਿਆਂ ਕਰਦਿਆਂ ਪਰਮਾਤਮਾ ਦੇ ਵਿੱਚ ਹੀ ਉਹ ਲੀਨ ਹੋ ਗਏ, ਧਿਆਨ ਜੁੜ ਗਿਆ ਪਰਮਾਤਮਾ ਵਿੱਚ। ਹੁਣ ਜਿਨ੍ਹਾਂ ਦਾ ਧਿਆਨ ਪਰਮਾਤਮਾ ਅੰਦਰ ਜੁੜ ਗਿਆ, ਉਹ ਕਿਸੇ ਨੂੰ ਪਰਮਾਤਮਾ ਬਾਰੇ ਦੱਸਣ ਜੋਗੇ ਰਹਿ ਹੀ ਨਹੀਂ। ਕਿਉਂ ਨਹੀਂ ਰਹਿ? ਕਿਉਂਕਿ ਪਰਮਾਤਮਾ ਦੇ ਨਾਲ ਜਦੋਂ ਧਿਆਨ ਜੁੜਿਆ, ਜਦੋਂ ਪਰਮਾਤਮਾ ਦੇ ਗੁਣਾਂ ਨੂੰ ਵੇਖਿਆ, ਜਦੋਂ ਪਰਮਾਤਮਾ ਦੇ ਰਸ ਨੂੰ ਉਹਨਾਂ ਨੇ ਮਾਣਿਆ, ਫਿਰ ਦੁਨੀਆ ਦੇ ਲੋਕਾਂ ਨੂੰ, ਸੰਸਾਰ ਦੇ ਲੋਕਾਂ ਨੂੰ ਦੱਸਣ ਜੋਗੇ ਰਹੇ ਨਹੀਂ। ਆਖਿਆ ਕਰਹਿ ਲਿਵ ਲਾਏ। ਆਖੇ ਵੇਦ ਪਾਠ ਪੁਰਾਣ। ਜਿੰਨੇ ਧਾਰਮਿਕ ਗ੍ਰੰਥ ਨੇ, ਵੇਦ ਨੇ, ਪੁਰਾਣ ਨੇ, ਜਿਹੜੇ ਇਹਨਾਂ ਦੇ ਪਾਠ ਕਰਨ ਵਾਲੇ ਨੇ, ਇਹਨਾਂ ਦੀ ਵਿਚਾਰ ਕਰਨ ਵਾਲੇ ਨੇ, ਉਹ ਵੀ ਪਰਮਾਤਮਾ ਦਾ ਅੰਤ ਨਹੀਂ ਪਾ ਸਕਦੇ। ਉਹ ਵੀ ਪਰਮਾਤਮਾ ਬਾਰੇ ਵਿਚਾਰ ਨਹੀਂ ਕਰ ਸਕੇ। ਆਖੇ ਪੜ੍ਹੇ ਕਰੇ ਵਖਿਆਨ। ਵੱਡੇ ਵੱਡੇ ਫਿਲਾਸਫਰ ਦੁਨੀਆ ਦੇ ਲੋਕਾਂ ਨੂੰ ਵਿਆਕਰਨ ਦੀ, ਗਣਨ ਦੀ ਵਿਦਿਆ ਸਮਝਾਉਣ ਵਾਲੇ, ਉਹਨਾਂ ਵੀ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾ ਸਕੇ। ਆਖੇ ਬਰਮੇ ਆਖੇ ਇੰਦ। ਬਰਮਾ ਵਰਗੇ, ਇੰਦਰ ਵਰਗੇ ਜਿਹੜੇ ਵੱਡੇ ਵੱਡੇ ਦੇਵਤੇ ਹੋਏ ਨੇ, ਉਹਨਾਂ ਵੀ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾਇਆ। ਆਖੇ ਗੋਪੀ ਤੈ ਗੋਵਿੰਦ। ਗੋਪੀਆਂ ਤੇ ਨਾਲ ਕਾਨ੍ਹਾ। ਗੋਬਿੰਦ ਦਾ ਮਤਲਬ ਹੈ ਕਾਨ੍ਹਾ, ਜਿਹਨੂੰ ਕ੍ਰਿਸ਼ਨ ਭਗਵਾਨ ਕਿਹਾ ਜਾਂਦਾ ਹੈ। ਮਾਲਕ ਜੀ, ਇਹਨਾਂ ਵੀ ਤੁਹਾਡੇ ਗੁਣਾਂ ਦਾ ਅੰਤ ਨਹੀਂ ਪਾਇਆ। ਇਹ ਵੀ ਤੁਹਾਨੂੰ ਨਹੀਂ ਸਮਝ ਸਕੇ। ਸਹਿ ਫਰਮਾਨ ਕਰਦੇ ਨੇ, ਆਖੇ ਈਸ਼ਰ। ਈਸ਼ਰ ਦਾ ਮਤਲਬ ਹੁੰਦਾ ਸ਼ਿਵ। ਆਖੇ ਸਿੱਧ। ਉਹ ਸਿੱਧ ਜਿਹੜੇ ਸਮਾਧੀਆਂ ਲਾ ਕੇ ਬੈਠੇ ਹੋਏ ਨੇ ਪਹਾੜਾਂ ਦੇ ਵਿੱਚ। ਸਾਹਿਬ ਕਹਿਣ ਲੱਗੇ ਸ਼ਿਵ ਜੀ ਵਰਗੇ, ਸਿੱਧਾਂ ਵਰਗੇ, ਜਿਨ੍ਹਾਂ ਨੇ ਤਪੱਸਿਆ ਕੀਤੀ ਹੈ, ਸਮਾਧੀ ਲਾਈ ਹੋਈ ਹੈ, ਉਹ ਵੀ ਤੁਹਾਡਾ ਅੰਤ ਨਹੀਂ ਪਾ ਸਕੇ। ਆਖੇ ਕੇਤੇ ਕੀਤੇ ਬੁੱਧ। ਬੁੱਧੀਜੀਵੀ, ਮਹਾਤਮਾ ਬੁੱਧ ਵਰਗੇ ਕਹਿ ਲਓ, ਅਵਤਾਰੀ ਪੁਰਸ਼ ਜਿਹੜੇ ਹੋਏ ਨੇ, ਉਹ ਵੀ ਤੁਹਾਡੇ ਬਾਰੇ ਵਿਚਾਰ ਨਹੀਂ ਕਰ ਸਕੇ, ਤੁਹਾਡਾ ਅੰਤ ਨਹੀਂ ਪਾ ਸਕੇ। ਕਿਉਂ? ਅਮੁੱਲੋ ਅਮੁੱਲ ਆਖਿਆ ਨਾ ਜਾਏ। ਤੁਹਾਨੂੰ ਜੇ ਅਮੋਲਕ ਕਹਿ ਵੀ ਰਹੇ ਨੇ ਤਾਂ ਵੀ ਤੁਹਾਡਾ ਅੰਤ ਨਹੀਂ ਪਾ ਸਕੇ। ਆਖੇ ਦਾਨਵ ਆਖੇ ਦੇਵ। ਦਾਨਵ ਦੇਵ ਮਾੜੀ ਬਿਰਤੀ ਵਾਲੇ, ਉਹ ਵੀ ਤੁਹਾਡੇ ਜਸ ਗਾਇਨ ਕਰ ਰਹੇ ਨੇ, ਪਰ ਤੁਹਾਡਾ ਅੰਤ ਨਹੀਂ ਪਾ ਸਕੇ। ਆਖੇ ਸੁਰ ਨਰ ਮੁਨ ਜਨ ਸੇਵ। ਸੁਰ ਦੇਵਤੇ, ਮੁਨੀ ਲੋਕ, ਸੇਵਾ ਕਰਨ ਵਾਲੇ, ਇਹ ਵੀ ਤੁਹਾਡਾ ਅੰਤ ਨਹੀਂ ਪਾ ਸਕੇ। ਕਿਤੇ ਆਖੇ ਆਖਣ ਪਾਹੇ। ਕਿਤੇ ਆਖੇ ਆਖਣ ਪਾਹੇ। ਕਈ ਤੁਹਾਡੇ ਜਸ ਗਾ ਰਹੇ ਨੇ, ਕਈ ਤੁਹਾਡੇ ਅੰਤ ਪਾਉਣ ਦੀ ਗੱਲ ਕਰ ਰਹੇ ਨੇ। ਕਿਤੇ ਕਹਿ ਕਹਿ ਉੱਠ ਉੱਠ ਜਾਹੇ। ਬੇਅੰਤ ਉਹ ਲੋਕ ਨੇ ਜਿਹੜੇ ਤੁਹਾਡੀ ਵਿਚਾਰ ਕਰਦੇ ਕਰਦੇ, ਤੁਹਾਨੂੰ ਸਮਝਦਿਆਂ ਹੋਇਆਂ ਸੰਸਾਰ ਤੋਂ ਚਲੇ ਗਏ ਨੇ, ਪਰ ਤੁਹਾਡਾ ਅੰਤ ਨਹੀਂ ਪਾ ਸਕੇ। ਬੇਅੰਤ ਉਹ ਲੋਕ ਨੇ, ਸੰਸਾਰ ਤੋਂ ਚਲੇ ਗਏ ਨੇ, ਪਰ ਤੁਹਾਡਾ ਉਹਨਾਂ ਨੇ ਅੰਤ ਨਹੀਂ ਪਾਇਆ। ਇਤੇ ਕੀਤੇ ਹੋਰ ਕਰੇ। ਮਾਲਕ ਜੀ, ਜਿੰਨੇ ਤੁਸੀਂ ਪੈਦਾ ਕੀਤੇ ਨੇ, ਬਰਮਾ ਵਰਗੇ, ਸ਼ਿਵ ਜੀ ਵਰਗੇ, ਕਾਨੇ ਵਰਗੇ, ਇੰਦਰ ਵਰਗੇ, ਇਤੇ ਕੀਤੇ ਹੋਰ ਕਰੇ। ਜੇ ਇੰਨੇ ਹੋਰ ਵੀ ਪੈਦਾ ਹੋ ਜਾਣ, ਇੰਨੇ ਹੋਰ ਵੀ ਸੰਸਾਰ ਤੇ ਆ ਜਾਣ, ਤਾਂ ਆਖ ਨਾ ਸਕੇ ਕਈ ਕੇ। ਤੁਹਾਡੇ ਗੁਣਾਂ ਦੀ ਵਿਚਾਰ ਫਿਰ ਵੀ ਨਹੀਂ ਹੋ ਸਕਦੀ। ਜਿੰਨੇ ਤੁਸੀਂ ਸੰਸਾਰ ਤੇ ਪੈਦਾ ਕੀਤੇ ਨੇ, ਸ਼ਿਵ ਜੀ ਵਰਗੇ, ਬਰਮੇ ਵਰਗੇ, ਇੰਦਰ ਵਰਗੇ, ਗੋਪੀਆਂ, ਕਾਨ੍ਹਾ ਵਰਗੇ, ਦੇਵਤੇ, ਸੇਵਾ ਕਰਨ ਵਾਲੇ, ਮੁਨੀ ਲੋਕ, ਜਿੰਨੇ ਤੁਸੀਂ ਪੈਦਾ ਕੀਤੇ ਨੇ, ਜੇ ਕਿਤੇ ਇੰਨੇ ਸੰਸਾਰ ਤੇ ਹੋਰ ਆ ਜਾਣ
ਤਾਂ ਆਖ ਨਾ ਸਕੈ ਕੇ ਤੁਹਾਡੇ ਗੁਣਾਂ ਦੀ ਵਿਚਾਰ ਫਿਰ ਵੀ ਨਹੀਂ ਹੋ ਸਕਦੀ। ਜੇ ਵਡ ਭਾਵੇ ਤੇ ਵਡ ਹੋਏ, ਮੈਂ ਪਰਮਾਤਮਾ ਨੂੰ ਜਿੰਨਾ ਵੱਡਾ ਕਹਿ ਰਿਹਾ ਵਾਂ, ਪਰਮਾਤਮਾ ਉਸ ਤੋਂ ਵੱਡਾ ਹੋ ਜਾਂਦਾ ਹੈ। ਮੈਂ ਜਿੰਨਾ ਵੱਡਾ ਪਰਮਾਤਮਾ ਨੂੰ ਕਹਿ ਰਿਹਾ ਵਾਂ, ਪਰਮਾਤਮਾ ਉਸ ਤੋਂ ਵੱਡਾ ਹੋਰ ਹੋ ਜਾਂਦਾ ਹੈ। ਸਾਹਿਬ ਕਹਿਣ ਲੱਗੇ, ਜੇ ਵਡ ਭਾਵੈ ਤੇ ਵਡ ਹੋਏ, ਤੇਰੀ ਮਰਜ਼ੀ ਹੁੰਦੀ ਜਿੰਨੀ ਵੱਡੀ ਓਨਾ ਵੱਡਾ ਤੂੰ ਹੋ ਜਾਣਾ। ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸੱਚਾ ਸੋਏ। ਸੱਚਾ ਸੋਏ ਦਾ ਮਤਲਬ ਹੁੰਦਾ ਹੈ ਪਰਮਾਤਮਾ ਆਪ ਜਾਣਦਾ ਹੈ ਮੈਂ ਕਿੰਨਾ ਵੱਡਾ ਵਾਂ। ਜੀਵਾਂ ਦੀ ਸੋਚ ਦੇ ਅੰਦਰ, ਜੀਵਾਂ ਦੇ ਵਿਚਾਰਾਂ ਦੇ ਅੰਦਰ ਪਰਮਾਤਮਾ ਨਹੀਂ ਆਉਂਦਾ ਕਿ ਪਰਮਾਤਮਾ ਕਿੱਡਾ ਵੱਡਾ ਹੈ। ਸਾਹਿਬ ਕਹਿਣ ਲੱਗੇ, ਪਰਮਾਤਮਾ ਨੂੰ ਪਤਾ ਹੈ ਮੈਂ ਕਿੰਨਾ ਵੱਡਾ ਵਾਂ। ਅਖੀਰ ਤੇ ਸਾਹਿਬ ਕਹਿ ਰਹੇ ਨੇ, ਜੇ ਕੋ ਆਖੇ ਬੋਲ ਵਿਗਾੜ, ਕੋਈ ਵਿਗੜੇ ਹੋਏ ਬੋਲਾਂ ਵਾਲਾ ਬੰਦਾ, ਮੇਰੇ ਵਰਗਾ ਮਨੁੱਖ, ਜੇ ਪਰਮਾਤਮਾ ਬਾਰੇ ਵਿਚਾਰ ਕਰਨ ਦੀ ਗੱਲ ਕਰੇ ਕਿ ਮੈਂ ਪਰਮਾਤਮਾ ਦੀ ਵਿਚਾਰ ਕਰ ਸਕਦਾ, ਤਾਂ ਲਿਖੀਐ ਸਿਰ ਗਾਵਾਰਾਂ ਗਾਵਾਰ। ਗਾਵਾਰਾਂ, ਗਾਵਾਰ, ਗਾਵਾਰਾਂ ਦਾ ਮਤਲਬ ਹੁੰਦਾ ਹੈ ਗਾਉਂ। ਇਹ ਹਿੰਦੀ ਦਾ ਸ਼ਬਦ ਹੈ। ਗਾਉਂ ਪੰਜਾਬੀ ਦੇ ਅੰਦਰ ਪਿੰਡ ਕਿਹਾ ਜਾਂਦਾ। ਜਿਸ ਬੰਦੇ ਨੂੰ ਕੇਵਲ ਇੱਕ ਪਿੰਡ ਤੱਕ ਹੀ ਸੀਮਤ ਹੈ, 4 ਘਰਾਂ ਦਾ ਹੀ ਪਤਾ ਹੈ, 4 ਮੁਹੱਲਿਆਂ ਦਾ ਹੀ ਪਤਾ ਹੈ, ਉਹਨੂੰ ਪਿੰਡ ਦੀ 4 ਦੀਵਾਰੀ ਬਾਰੇ ਜਾਣਦਾ ਹੈ, ਹੋਰ ਉਹਨੂੰ ਦੁਨੀਆਦਾਰੀ ਬਾਰੇ ਕੱਖ ਨਹੀਂ ਪਤਾ, ਉਹਨੂੰ ਗਵਾਰ ਕਿਹਾ ਜਾਂਦਾ। ਆਪਾਂ ਕਹਿੰਦੇ ਫਲਾਣਾ ਬੰਦਾ ਗਵਾਰ ਹੀ ਲੱਗਦਾ। ਗਵਾਰ ਦਾ ਮਤਲਬ ਹੁੰਦਾ ਜਿਸ ਬੰਦੇ ਦੀ ਜਾਣਕਾਰੀ, ਜਿਸ ਬੰਦੇ ਦੀ ਸੂਝ, ਜਿਸ ਬੰਦੇ ਦੀ ਸਮਝ ਕੇਵਲ ਆਪਣੇ ਪਿੰਡ ਤੱਕ ਹੀ ਜਿੱਥੇ ਉਹ ਰਹਿ ਰਿਹਾ, ਉਸ ਤੋਂ ਇਲਾਵਾ ਦੁਨੀਆਦਾਰੀ ਬਾਰੇ, ਧਰਮ ਬਾਰੇ ਜਿਹਨੂੰ ਕੱਖ ਨਹੀਂ ਪਤਾ, ਉਹਨੂੰ ਗਵਾਰ ਕਿਹਾ ਜਾਂਦਾ। ਸਾਹਿਬ ਕਹਿਣ ਲੱਗੇ, ਜੇ ਕੋ ਆਖੇ ਬੋਲ ਵਿਗਾੜ, ਵਿਗੜੇ ਹੋਏ ਬੋਲਾਂ ਵਾਲਾ ਜੇ ਕੋਈ ਮਨੁੱਖ ਬੰਦਾ ਇਹ ਗੱਲ ਕਵੇ ਮੈਂ ਪਰਮਾਤਮਾ ਦੀ ਵਿਚਾਰ ਕਰ ਦੇਵਾਂ, ਸਾਹਿਬ ਕਹਿਣ ਲੱਗੇ ਤਾਂ ਲਿਖੀਏ ਸਿਰ ਗਾਵਾਰਾਂ ਗਵਾਰ। ਉਹ ਗਵਾਰਾਂ ਤੋਂ ਹੀ ਵੱਡਾ ਗਵਾਰ ਹੋਏਗਾ ਜੇ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਨ ਦੀ ਉਹ ਗੱਲ ਕਰੇਗਾ। ਗੁਰੂ ਪਾਤਸ਼ਾਹ ਕਿਰਪਾ ਕਰਨ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਖੇਮਾ, ਰਹਿੰਦੀ ਵਿਚਾਰ ਪਾਵਨ ਜਪਜੀ ਸਾਹਿਬ ਦੀ ਅਗਲੇ ਦੀਵਾਨਾਂ ਅੰਦਰ ਫੇਰ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਨ ਆਈਆਂ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਨਾ। ਸਭਨਾ ਗਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ, ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾਵੇ। ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ, ਸਾਚਾ ਨਾਮ ਮੇਰਾ ਆਧਾਰੂ। ਕਰ ਸ਼ਾਂ ਸੁਖ ਮਨਾਈ ਵਸਿਆ, ਜਨੇ ਛਾਂ ਸਭ ਪੁਜਾਈਆਂ। ਕਹੇ ਨਾਨਕ ਸੁਨੋ ਸੰਤੋਖ ਸ਼ਬਦ ਤਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੂ। ਵਾਜੇ ਪੰਚ ਦੂਤ ਦਿਵਸ ਕੀਤੇ, ਕਾਲ ਕੰਟਕ ਮਾਰਿਆ। ਕਹੇ ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਸੰਤ ਸਾਜਨ ਪੈ ਸਰਸੇ ਪੂਰੇ, ਗੁਰ ਤੇ ਜਾਣੀ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨੰਦ ਤੂਰੇ ਸ਼ਲੋਕ। ਦਿਵਸ ਰਾਤੋ ਦਾਈ ਦਾਇਆ, ਖੇਲੈ ਸਗਲ ਜਗਤ। ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਨਾਨਕ ਤੇ ਮੁਖੀ ਉਜਲੇ, ਕੀਤੀ ਛੁੱਟੀ ਨਾਲ। ਜਿਨੀ ਨਾਮ ਤੇ ਆਇਆ,
ਗੈ ਮਸ਼ਕਤ ਕਾਲ, ਨਾਨਕ ਤੇ ਮੁਖੀ ਉਜਲੇ, ਕਿਤੇ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੂੰ ਅਰਦਾਸ ਜੀਉ ਬਿਨ ਸਭ ਤੇਰੀ ਰਾਸ, ਮਾਤ ਪਿਤਾ ਮਾਰਗ ਤੇਰੇ, ਤੁਮੇ ਮੈਂ ਸੁਖ ਕਰੇ। ਕੋਈ ਨ ਜਾਣੈ ਤੁਮਰਾ ਉੱਚੇ ਤੇ ਉੱਚਾ ਭਗਵੰਤ, ਸਗਲ ਸਮਗਰੀ ਤੁਮਰੇ ਸੁਤਰਤਾਰੀ, ਤੁਮ ਤੇ ਹੋਏ ਸੋ ਆਗਿਆਕਾਰੀ। ਤੁਮਰੀ ਗਤ ਬਿਤ ਤੁਮੀ ਜਾਣੀ, ਨਾਨਕ ਦਾਸ ਸਦਾ ਕੁਰਬਾਨੀ। ਬੋਲਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਵਾਹਿਗੁਰੂ ਏਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ श्री भगवती जी की पातशाही 10वीं। प्रथम भगवती सिमर कैर गुरु नानक लई ते आए, फिर अंगद गुरु ते अमरदास रामदास हुई सहाय। अर्जन हर गोबिंद नाम सिमरो श्री हर राय, श्री हर कृष्ण ते आइए जिस डिठे सब दुख जाए। तेग बहादुर सिमरे घर नौ निदया वैताए, सब थाई होए सहाय। 10वां पातशाह श्री गुरु गोबिंद सिंह साहिब जी, सब थाई होए सहाय। 10 पातशाहियां दी जोत श्री गुरु ग्रंथ साहिब जी दे पाठ दीदार दा ध्यान करके बोलो जी वाहिगुरू। 50 प्यारियां 54 साहिबजादियां 40 मुक्तियां 8 जपियां तपियां, जिन्हां नाम जपिया वण छकिया देख चलाई, तेग वाही देख के अंडिठ कीता। तिना प्यारियां सचियारियां दी कमाई दा ध्यान करके बोलो जी वाहिगुरू। जिन्हां ਸਿੰਘਾਂ ਸਿੰਘਣੀਆਂ ने धर्म हेत सीस दिते बंद बंद कटाए, खोपरियां लुहाइयां चरखड़ियां ते चढ़े आरियां नाल चिराए। गुरद्वारियां दी सेवा लई कुर्बानियां कीतियां, धर्म नहीं हारे। सिੱਖੀ केसां सवासां नाल निभाई, तिन्हां दी कमाई दा ध्यान करके खालसा जी बोलो जी वाहिगुरू। 50 तख्तां सरबत गुरुद्वारियां दा ध्यान करके बोलो जी वाहिगुरू। मैं सरबत खालसा जी की अरदास है, सरबत खालसा जी को वाहिगुरू वाहिगुरू वाहिगुरू। चेते आवन का सदका सर्व सुख होवे, जहां जहां खालसा जी साए, तहां तहां रचिया रे आए। देवते फतेह बिरद की पैज पंथ के ये, श्री साहिब जी सहाय खालसे जी के बोल वाले बोलो जी वाहिगुरू। सिखा नूं सिखी दान, केस दान, रहत दान, विवेक दान, विसा दान, भरोसा दान, दाना सिर दान, नाम दान, श्री अमृतसर जी के दर्शन स्नान, चौकियां झंडे गूंगे जुगो जुग अटल, धर्म का जयकार खालसा जी साए बोलो जी वाहिगुरू। सिखां दा मन नीवा मत उच्ची, मत पद दा राखा आप आए। हे अकाल पुरख अपने पंथ दे सदा सहाई दातार जीओ। श्री ननकाना साहिब ते और गुरुद्वारियां गुरधामां दे जिन्हां तो पंथ नूं विछोड़िया गया, खुले दर्शन दीदार सेवा संभाल दा दान खालसा जी नूं बख्शो। हे निमाणियां दे मान, ताणियां दे ताण, निओटियां दी ओ तान 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 श्री गुरु ग्रंथ साहिब जी महाराज। सतगुरु आप जी दी अपार बख्शिश सदका अमृत वेले तो लैके सवेले तक दीवान सजे। आसा की वार जी दे कीर्तन, शबद कीर्तन, गुरमत विचारा, नाम साहिब जी दे जाप दी अरदास। अखर वादा काटा कोई चूं गलती माफ करनी, सरबत दे कारज रास करने आई संगत दी हाजरी। तिल गुर प्रेम घटावा दर प्रवान करनिया, सतगुर कृपा करनी, संसार भर में चल रही महामारी तो निजात बख्शी। किसान वीरां दी आंग संग हर प्रकार रखिया सहायता, कामयाबी चढ़दी कला दी रात बख्शी। सरबत दे दुख दूर मुश्किलां सान, दे रोगता सुख शांति नाम दा, किरत कमाइयां बरतां पाउणियां, दार कर दे प्रीतवानी विरस नीत कौर, सुनेत सिंह बच्चियां दे सीस ते मेहर प्रयात रखना। जीवन विच कामयाबी उन्नतियां तरक्कियां, दे रोगता सुख शांति चढ़दी कला दी दात बख्शी। दार कर दे प्रीत और माता त्रिलोचन कौर मल्होत्रा परिवार, रंजीत सिंह प्रेमी परिवार,
ਤਰਲੋਕ ਸਿੰਘ, ਸੁਰਿੰਦਰ ਸਿੰਘ ਲਾਂਬਾ ਪਰਿਵਾਰ, ਰਣਵੀਰ ਸਿੰਘ ਜੁਨੇਜਾ ਪਰਿਵਾਰ, ਪਰਿਵਾਰਾਂ ਵਿੱਚ ਸੁਖ ਸ਼ਾਂਤੀ ਦੇ ਰੋਗਤਾ ਨਾਮ ਦਾਨ ਚੜ੍ਹਦੀਆਂ ਕਲਾਂ ਦੇ ਦਾਨ ਬਖਸ਼ੇ। ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸਰਬਤ ਸਾਧ ਸੰਗਤ ਤਾਂ ਹੀ ਵਰਤੇ। ਆਪ ਜੀ ਹੁਕਮਨਾਮਾ ਬਖਸ਼ ਕੇ ਕਿਰਤਾਰਥ ਕਰੋ। ਸਹੀ ਪਿਆਰੇ ਮੇਰ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਿਆ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਤੋਹਿ ਚਲਾਇਓ ਪੰਥ। ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ। ਜੋ ਪ੍ਰਭ ਕੋ ਮਿਲ ਪਹੁੰਚਾ ਹੈ, ਖੋਜ ਸ਼ਬਦ ਮਹਿ। ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ। ਵਾਰ ਹੋਏ ਸਭ ਮਿਲੈਂਗੇ, ਬਚੇ ਸ਼ਰਨ ਜੋ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਅਕਾਲ ਮੂਰਤ ਅਜੂਨੀ ਗੁਰ ਪ੍ਰਸਾਦਿ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਅਕਾਲ ਮੂਰਤ ਗੁਰ ਪ੍ਰਸਾਦਿ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਅਕਾਲ ਮੂਰਤ ਅਜੂਨੀ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਅਕਾਲ ਮੂਰਤ ਅਜੂਨੀ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਅਕਾਲ ਮੂਰਤ ਅਜੂਨੀ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਅਕਾਲ ਮੂਰਤ ਅਜੂਨੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ। ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨ ਸਾਕਾਂ। ਤੂੰ ਠਾਕੁਰ ਊਚ ਭਗਵਾਨਾ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹਿਲਾ ਪੰਜਵਾ। ਜੈ ਜੈ ਪੇਖੋ ਤਹਿ ਹਜੂਰ। ਦੂਰ ਕਤੋ ਨਾ ਜਾਈ। ਰਵ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ। ਜੈ ਜੈ ਪੇਖੋ ਤਹਿ ਹਜੂਰ। ਦੂਰ ਕਤੋ ਨਾ ਜਾਈ। ਰਵ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ। ਏਕ ਊਤ ਨਹੀਂ ਵਿਛੁੜੈ ਸੋ ਸੰਗੀ ਗਨੀਐ। ਬਿਨ ਸਜਾਏ ਜੋ ਨਿਮਕ ਮੈਂ ਸੋ ਲਭ ਸੁਖ ਭਣੀਐ। ਰਹਾਉ ਪ੍ਰਤਿਪਾਲੇ ਅਪਿਆਉ ਦੇ ਕਛ
ਊਨ ਨ ਹੋਈ। ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ। ਅਸ਼ਾਲਿਆ ਸ਼ੇਰ ਅਪਾਰ ਪ੍ਰਭ ਊਚਾ ਜਾ ਕਾ ਰੂਪ। ਜਪ ਜਪ ਕਰਹਿ ਆਨੰਦ ਜਨ ਆਚਾ ਦਿਆ ਰੂਪ। ਸਾਮਤ ਦੇਹੋ ਦਿਆਲ ਪ੍ਰਭ ਜਿਤ ਤੁਮੇ ਅਰਾਧਨਾ। ਨਾਨਕ ਮੰਗੈ ਦਾਨ ਪ੍ਰਭ ਰੇਨ ਪਗ ਸਾਧਨਾ। ਸਾਮਤ ਦੇਹੋ ਦਿਆਲ ਪ੍ਰਭ ਜਿਤ ਤੁਮਹਿ ਅਰਾਧਨਾ। ਨਾਨਕ ਮੰਗੈ ਦਾਨ ਪ੍ਰਭ ਰੇਨ ਪਗ ਸਾਧਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਆਪ ਜੀ ਨੂੰ ਵੀਰ ਮਹਿੰਦਰ ਸਿੰਘ ਜੀ ਅਗਲਾ ਪ੍ਰੋਗਰਾਮ ਸਰਵ ਕਰਾਉਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਗੁਰੂ ਪਿਆਰੀ ਸਤਸੰਗਿਓ ਗੁਰਪਤੀ ਦੀ ਸਾਂਝ ਕਰਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜਿਹੜੇ ਹੋਣੇ